ਸਾਰਿਆਂ ਨੂੰ ਜਿਵੇਂ ਗੁਰਬਾਣੀ 'ਚ ਫਰਮਾਨ ਹੈ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਸੋ ਅੱਜ ਦਾ ਜਿਹੜਾ ਸਮਾਂ ਹੈ ਕਲਯੁਗ ਦਾ, ਜਿਹਦੇ 'ਚ ਇਨਸਾਨ ਜੰਗਲਾਂ ਨੂੰ ਛੱਡ ਕੇ ਜਾਂ ਕਹਿ ਲਓ ਹਰਿਆਲੀ ਨੂੰ ਛੱਡ ਕੇ, ਨੇਚਰ ਨੂੰ ਛੱਡ ਕੇ ਪੱਥਰਾਂ 'ਚ ਰਹਿਣਾ ਪਸੰਦ ਕਰਦਾ। ਪੱਥਰ ਰਹਿਣਾ ਪਸੰਦ ਕਰਕੇ ਇਨਸਾਨ ਵੀ ਪੱਥਰ ਵਰਗਾ ਬਣਦਾ ਜਾ ਰਿਹਾ ਔਰ ਨੇਚਰ ਦੀ ਸਾਨੂੰ ਘਾਟ ਹੋ ਰਹੀ ਹੈ। ਪੇੜ ਕੱਟੇ ਜਾ ਰਹੇ ਹੈ। ਅੱਜ ਤੁਹਾਡੇ ਸਾਹਮਣੇ ਅਸੀਂ ਇੱਕ NGO ਲੈ ਕੇ ਆਏ ਹਾਂ ਜਿਹਦਾ ਨਾਮ ਹੈ ਗ੍ਰੀਨ ਪਲੈਨਟ। ਜ਼ੀਰਕਪੁਰ 'ਚ ਖੜ੍ਹੇ ਹਾਂ VIP ਰੋਡ 'ਤੇ। ਅੱਜ ਦੇ ਦਿਨ ਇਹਨਾਂ ਨੇ ਇੱਕ ਉਪਰਾਲਾ ਕੀਤਾ ਕਿ 1 ਲੱਖ ਬੂਟੇ ਜ਼ੀਰਕਪੁਰ ਸ਼ਹਿਰ 'ਚ ਲਗਾਏ ਜਾਣ, ਕਿਉਂਕਿ ਇੱਥੇ ਪੇੜਾਂ ਦੀ ਨੇਚਰ ਦੀ ਬਹੁਤ ਘਾਟ ਹੈ, ਕਿਉਂਕਿ ਸੁਸਾਇਟੀਜ਼ ਇੰਨੀਆਂ ਬਣ ਚੁੱਕੀਆਂ। ਆਓ ਤੁਹਾਡੇ ਨਾਲ ਗੱਲ ਕਰਾਉਂਦੇ ਹਾਂ। ਸਰ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਜੀ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਕਹਿਣਾ ਚਾਹੋਗੇ ਆਪਣੀ NGO ਬਾਰੇ ਔਰ ਥੋੜ੍ਹਾ ਬਰੀਫ 'ਚ ਦੱਸੋ, ਕਦੋਂ NGO ਸ਼ੁਰੂ ਕੀਤੀ ਔਰ ਤੁਹਾਡਾ ਮੋਟਿਵ ਕੀ ਹੈ ਜੀ? ਸਰ ਗ੍ਰੀਨ ਪਲੈਨਟ ਸੁਸਾਇਟੀ ਬੇਸਿਕਲੀ ਅਸੀਂ 4-5 ਲੋਕਾਂ ਨੇ ਪੇੜ ਲਗਾਉਣੇ ਸ਼ੁਰੂ ਕੀਤੇ ਸੀ। ਇੱਕ ਫੇਸਬੁੱਕ ਪੋਸਟ ਕੀਤੀ ਸੀ, ਹਿਮਾਂਕ ਨੇ ਕੀਤੀ ਸੀ ਬੇਸਿਕਲੀ, ਠੀਕ ਹੈ। ਉਹਦੇ ਵਿੱਚ ਲਿਖਿਆ ਗਿਆ ਸੀ ਵੀ ਅਸੀਂ ਪੇੜ ਲਗਾਉਣਾ ਚਾਹੁੰਦੇ ਹਾਂ। 300 ਲੋਕਾਂ ਨੇ ਉਹਦੇ ਵਿੱਚ ਇੰਟਰਸਟ ਸ਼ੋ ਕੀਤਾ, ਬਟ 5 ਲੋਕ ਉਹਦੇ ਵਿੱਚੋਂ ਅੱਗੇ ਆਏ ਔਰ ਸਟਾਰਟ ਹੋ ਗਿਆ ਪ੍ਰੋਗਰਾਮ। ਕੋਈ NGO ਨਹੀਂ ਸੀਗਾ, ਬਸ ਅਸੀਂ, ਔਰ ਕੋਈ ਨੌਲੇਜ ਵੀ ਨਹੀਂ ਸੀਗੀ, ਜਸਟ ਅਸੀਂ ਪਲਾਂਟੇਸ਼ਨ ਸਟਾਰਟ ਕਰਤੀ। ਰੋਡਸ 'ਤੇ ਵੀ ਲਗਾਈ, ਹਰ ਜਗ੍ਹਾ ਲਗਾਈ, ਪੇੜ ਵੀ ਮਿਲ ਗਏ, ਸਭ ਕੁਝ ਹੋ ਗਿਆ। ਹੌਲੀ ਹੌਲੀ ਕੰਮ ਸ਼ੁਰੂ ਹੋਇਆ, ਬਟ ਬਾਅਦ 'ਚ ਸਾਨੂੰ ਰਿਅਲਾਈਜ਼ ਹੋਇਆ 1 ਸਾਲ ਬਾਅਦ ਕਿ ਪੇੜ ਲਗਾਉਣਾ ਇੰਪੋਰਟੈਂਟ ਨਹੀਂ ਹੈ। ਪੇੜਾਂ ਦੀ ਜਿਹੜੀ ਸਰਵਾਈਵਲ ਹੈ ਉਹ 'ਤੇ ਧਿਆਨ ਦੇਣਾ ਜ਼ਿਆਦਾ ਜ਼ਰੂਰੀ ਹੈ ਔਰ ਉਹਨਾਂ ਦੀ ਮੇਨਟੇਨੈਂਸ 'ਤੇ ਇੰਪੋਰਟੈਂਟ ਹੈ। ਅਤੇ ਉਹ ਚੀਜ਼ ਫਿਰ ਅਸੀਂ ਰਿਅਲਾਈਜ਼ ਕੀਤੀ ਔਰ ਉਸ ਤੋਂ ਅਗਲੇ ਸਾਲ ਫਿਰ ਅਸੀਂ ਇਸ ਚੀਜ਼ ਨੂੰ ਬੰਦ ਕਰਤਾ ਔਰ ਅਸੀਂ ਫਿਰ ਜਗ੍ਹਾ ਜਗ੍ਹਾ 'ਤੇ ਜੰਗਲ ਬਣਾਉਣੇ ਸ਼ੁਰੂ ਕਰਤੇ, ਤਾਂ ਕਿ ਕਿਉਂਕਿ ਜ਼ੀਰਕਪੁਰ ਦਾ ਜਿਹੜਾ ਪਲਾਨ ਹੈ ਨਾ, ਉਹ ਇੱਦਾਂ ਦਾ ਹੈ ਕਿ ਇੱਥੇ ਸਕੋਪ ਨਹੀਂ ਹੈ ਪਲਾਂਟੇਸ਼ਨ ਦਾ। ਤੁਸੀਂ ਰੋਡ 'ਤੇ ਜਾਓਗੇ, ਤੁਸੀਂ ਜਗ੍ਹਾ ਹੀ ਨਹੀਂ ਮਿਲੇਗੀ। ਤਾਂ ਅਸੀਂ ਇਹ ਸੋਚਿਆ ਕਿ ਇੱਕ ਜਗ੍ਹਾ 'ਤੇ ਇਕੱਠੇ ਪੇੜ ਲਗਾ ਦਈਏ। ਮਿਆਵਾਕੀ ਮੈਥਡ ਨੂੰ ਥੋੜ੍ਹੀ ਸਟੱਡੀ ਕੀਤਾ, ਉਹ 'ਤੇ ਰਿਸਰਚ ਕੀਤਾ ਔਰ ਪਤਾ ਲੱਗਿਆ ਕਿ ਉਸ ਮੈਥਡ ਦੇ ਥਰੂ ਅਸੀਂ ਪੇੜ ਲਗਾ ਸਕਦੇ ਹਾਂ। ਮੀਟਰ ਬਾਈ ਮੀਟਰ ਦੇ ਵਿੱਚ 5। ਸਰ ਇਹ ਮੈਥਡ ਦੇ ਬਾਰੇ ਦੱਸੋ, ਕਿਸ ਤਰ੍ਹਾਂ ਦਾ ਮੈਥਡ ਹੈ, ਇਹਦੇ 'ਚ ਕੀ ਰੂਲਸ ਅਪਲਾਈ? ਜੀ ਸਰ, ਮਿਆਵਾਕੀ ਮੈਥਡ ਜੈਪਨੀਜ਼ ਪ੍ਰੋਫੈਸਰ ਡਾਕਟਰ ਅਕੀਰਾ ਮਿਆਵਾਕੀ ਨੇ ਇਜਾਦ ਕੀਤਾ ਸੀਗਾ। ਅਰਬਨ ਫੋਰੈਸਟੇਸ਼ਨ ਲਈ ਇਹ ਬੈਸਟ ਮੈਥਡ ਮੰਨਿਆ ਗਿਆ ਹੈ। ਪੂਰੀ ਦੁਨੀਆ ਦੇ ਵਿੱਚ ਹਜ਼ਾਰਾਂ ਜੰਗਲ ਇਸ ਮੈਥਡ ਨਾਲ ਬਣਾਏ ਜਾ ਚੁੱਕੇ ਨੇ, ਅਤੇ ਇਸ ਮੈਥਡ ਦੇ ਵਿੱਚ ਬਹੁਤ ਹੀ ਡੈਂਸ ਫੋਰੈਸਟ ਅਸੀਂ ਬਣਾਉਂਦੇ ਹਾਂ ਔਰ ਜੰਗਲ ਨੂੰ ਸਟੱਡੀ ਕੀਤਾ ਜਾਂਦਾ ਹੈ, ਆਸ-ਪਾਸ ਦੇ ਜੰਗਲਾਂ ਨੂੰ, ਕਿ ਇੱਥੇ ਕਿਸ ਤਰੀਕੇ ਦੇ ਪੇੜ ਪਿਛਲੇ 100 ਸਾਲਾਂ ਤੋਂ ਲੱਗੇ ਹੋਏ ਆ, ਔਰ ਉਹਨੂੰ ਹੀ ਅਸੀਂ ਰੈਪਲੀਕਾ ਉਹਦੀ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ, ਉਹਦੀ ਕਾਪੀ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਔਰ ਇਹਦੀ ਜਿਹੜੀ ਗਰੋਥ ਹੈ, ਇਸ ਟੈਕਨੀਕ ਨਾਲ ਲਗਾਉਂਦੇ ਹਾਂ ਕਿ ਇਹਦੀ ਜਿਹੜੀ ਗਰੋਥ ਹੈ ਉਹ 10 ਗੁਣਾ ਜ਼ਿਆਦਾ ਹੁੰਦੀ ਹੈ ਔਰ ਡੈਂਸਿਟੀ ਜਿਹੜੀ ਹੈ ਉਹ ਨਾਰਮਲ ਜੰਗਲ ਤੋਂ 30 ਗੁਣਾ ਜ਼ਿਆਦਾ ਹੁੰਦੀ ਹੈ। ਅਤੇ ਇਹਦੇ ਕਰਕੇ ਬਹੁਤ ਜਲਦੀ ਇਹ ਇੰਪੈਕਟ ਪਾਉਂਦਾ ਹੈ ਆਪਣਾ, ਔਰ ਈਕੋਸਿਸਟਮ ਨੂੰ, ਜਿਹੜਾ ਸ਼ਹਿਰ ਦਾ ਈਕੋਸਿਸਟਮ ਹੈ ਉਹਨੂੰ ਇਹ ਇੰਪਰੂਵ ਕਰਦਾ ਹੈ ਜੀ। ਅਤੇ ਅਸੀਂ ਗਾਜ਼ੀਪੁਰ ਰੋਡ ਦੇ ਨਾਲ, ਜਿਹੜਾ ਗਾਜ਼ੀਪੁਰ ਰੋਡ 'ਤੇ ਇੱਕ ਸੁਖਨਾ ਚੋ ਹੈ, ਉਹਦੇ ਨਾਲ ਇੱਕ ਜਗ੍ਹਾ ਹੈਗੀ 5800 ਸਕੁਆਇਰ ਯਾਰਡ ਏਰੀਆ, MC ਜ਼ੀਰਕਪੁਰ ਦੇ ਅੰਡਰ ਆਉਂਦਾ ਉਹ, ਠੀਕ ਹੈ। ਗ੍ਰੀਨ ਬੈਲਟ ਹੈ ਉਹ, ਔਰ ਮਾਸਟਰ ਪਲਾਨ ਦੇ ਵਿੱਚ ਵੀ ਉਹ ਗ੍ਰੀਨ ਬਫਰ ਏਰੀਆ ਉਹਦੇ ਵਿੱਚ ਹੈਗਾ। ਉਸ ਜਗ੍ਹਾ 'ਤੇ ਅਸੀਂ ਪਲਾਂਟੇਸ਼ਨ ਸਟਾਰਟ ਕੀਤੀ ਸੀ 2021 ਦੇ ਵਿੱਚ, ਔਰ ਕਰੀਬ 1800 ਪੇੜ ਲਾਏ ਸੀ 30 ਅਲੱਗ-ਅਲੱਗ ਪ੍ਰਜਾਤੀਆਂ ਦੇ। ਅੱਜ ਉਹ ਜੰਗਲ ਜਿਹੜਾ ਹੈ ਉਹ 2 ਸਾਲ ਦੀ ਮੇਨਟੇਨੈਂਸ ਸਾਡੀ ਪੂਰੀ ਟੀਮ ਨੇ ਮੇਨਟੇਨ ਕੀਤਾ ਹੈ। ਸਾਡੇ ਮੈਂਬਰਸ ਉੱਥੇ ਲਗਾਤਾਰ ਕੰਮ ਕਰਦੇ ਆ, ਪਾਣੀ ਦਿੰਦੇ ਆ। ਨਾਲ ਉੱਥੇ ਇੱਕ ਕਿਸਾਨ ਹੈ, ਉਹਨਾਂ ਨੇ ਪਾਣੀ ਦਾ ਵੀ ਸਾਨੂੰ ਅਰੇਂਜਮੈਂਟ ਕਰਾਤਾ। ਉਹਦੇ ਕਰਕੇ ਸਾਨੂੰ ਅਸੀਂ 2 ਸਾਲਾਂ ਦੇ ਵਿੱਚ ਬਹੁਤ ਸੰਘਣਾ ਜੰਗਲ ਬਣਾਤਾ। ਅਸੀਂ ਤੁਹਾਨੂੰ ਵਿਜ਼ਿਟ ਕਰਵਾਵਾਂਗੇ ਉਸ ਜੰਗਲ ਨੂੰ ਵੀ, ਠੀਕ ਹੈ। ਟਰੈਕ ਰੱਖਿਆ ਉਹਦੇ ਵਿੱਚ, ਤਾਂ ਕਿ ਲੋਕ ਉਹਦੇ ਵਿੱਚ ਘੁੰਮ ਸਕਣ। ਉਸ ਜੰਗਲ ਨੂੰ ਅੱਜ ਤੋਂ 1 ਸਾਲ ਬਾਅਦ ਤੁਸੀਂ ਜਦੋਂ ਉਹਦੇ ਵਿੱਚ ਇੱਕ ਵਾਰੀ ਗੇੜਾ ਲਾ ਲਓਗੇ ਨਾ, ਤੁਹਾਡੀ ਜਿਹੜੀ ਆਕਸੀਜਨ ਲੈਵਲ ਹੈ ਉਹ ਇਨਕਰੀਜ਼ ਹੋ ਜਾਏਗਾ। ਤੁਸੀਂ ਟੈਸਟ ਕਰਕੇ ਦੇਖ ਲਿਓ, ਆਕਸੀਜਨ ਲੈਵਲ ਤੁਹਾਡਾ ਇੱਕ ਗੇੜੇ ਤੋਂ ਬਾਅਦ ਇਨਕਰੀਜ਼ ਹੋ ਜਾਏਗਾ। ਇੰਨਾ ਇੰਪੈਕਟਫੁਲ ਉਹ ਅਸੀਂ ਕੀਤਾ ਹੈ, ਔਰ ਅਸੀਂ ਇੰਪੈਕਟ 'ਤੇ ਹੀ ਕੰਮ ਕਰ ਰਹੇ ਹਾਂ ਬੇਸਿਕਲੀ। ਹੁਣ ਪਲਾਸਟਿਕ 'ਤੇ ਵੀ ਅਸੀਂ ਕੰਮ ਸਟਾਰਟ ਕਰ ਰਹੇ ਹਾਂ, ਜਿਹਦੇ ਵਿੱਚ ਅਸੀਂ ਪ੍ਰੋਬਲਮ ਨੂੰ ਬਹੁਤ ਨੇੜਿਓਂ ਦੇਖਣਾ ਹੈ ਕਿ ਅਸਲ 'ਚ ਪ੍ਰੋਬਲਮ ਕੀ ਹੈ। ਕਿ ਹਾਲੇ ਵੀ ਇੰਨੇ ਜ਼ਿਆਦਾ ਅਭਿਆਨ ਚਲਾਉਣ ਤੋਂ ਬਾਅਦ ਵੀ ਤੁਸੀਂ ਹਰ ਜਗ੍ਹਾ 'ਤੇ, ਹਰ ਰੇਹੜੀ 'ਤੇ, ਹਰ ਦੁਕਾਨ 'ਤੇ ਤੁਹਾਨੂੰ ਪਲਾਸਟਿਕ ਦਿਖੇਗਾ। ਉਹ ਕਿਉਂ ਹੈ? ਉਹਨਾਂ ਦੀ ਕੀ ਮਜਬੂਰੀ ਹੈ ਕਿ ਉਹ ਪਲਾਸਟਿਕ ਯੂਜ਼ ਕਰ ਰਹੇ ਹੈ, ਜਾਂ ਕੀ ਸਾਡੇ ਸਿਸਟਮ ਦੇ ਵਿੱਚ ਖਾਮੀ ਹੈ? ਉਸ ਸਿਸਟਮ ਦੀ ਖਾਮੀ ਨੂੰ ਫੜਨਾ ਹੈ ਔਰ ਇੰਪੈਕਟ 'ਤੇ ਕੰਮ ਕਰਨਾ ਹੈ। ਉਹਦੇ 'ਤੇ ਸਾਡੀ ਟੀਮ ਹੁਣ ਰਿਸਰਚ ਕਰ ਰਹੀ ਹੈ ਔਰ ਦੇਖ ਰਹੇ ਹਾਂ ਕਿ ਅਸੀਂ ਬੈਸਟ ਇੰਪੈਕਟਫੁਲ ਉਹਦੇ ਵਿੱਚ ਕੈਂਪੇਨ ਕਿੱਦਾਂ ਚਲਾ ਸਕਦੇ ਹਾਂ। ਅੱਜ ਸਰ ਤੁਹਾਡਾ ਮੀਟਿੰਗ ਕਰਨ ਦਾ, ਜਾਂ ਜਿਹੜੀ ਅੱਜ ਤੁਸੀਂ ਇਹ ਕਾਨਫਰੰਸ ਕੀਤੀ ਹੈ ਜਾਂ ਇਕੱਠੇ ਹੋਏ ਹੋ ਸਾਰੇ, ਇਹਦਾ ਮੋਟਿਵ ਕੀ ਸੀਗਾ? ਅੱਜ ਤੁਸੀਂ ਨਵਾਂ ਉਪਰਾਲਾ ਕੀ ਕੀਤਾ, ਹੁਣ ਅੱਗੇ ਕੀ ਕਰਨ ਜਾ ਰਹੇ ਹੋ, ਕੀ ਪਲਾਨ ਹੈ? ਅੱਜ ਜਿਹੜਾ ਹੈਗਾ ਇੱਥੇ ਸੇਵਕ ਸਭਾ ਜ਼ੀਰਕਪੁਰ ਹੈ, ਉਹਨਾਂ ਨੇ 1 ਲੱਖ ਪੇੜ ਲਗਾਉਣ ਦਾ ਇੱਕ ਆਹਵਾਨ ਕੀਤਾ ਹੈ, ਅਤੇ ਸਾਰੇ NGOs ਨੂੰ ਉਹਨਾਂ ਨੇ ਇਨਵਾਈਟ ਕੀਤਾ ਹੈ ਕਿ ਤੁਸੀਂ ਸਭ ਸਾਡੇ ਨਾਲ ਮਿਲ ਕੇ ਪੇੜਾਂ ਨੂੰ ਲਗਾਓ। ਅਤੇ ਅਸੀਂ ਉਹਨਾਂ ਨੂੰ ਇਹ ਅਸ਼ੋਰ ਕੀਤਾ ਹੈ ਕਿ ਇਸ ਪੂਰੇ ਅਭਿਆਨ ਦੇ ਵਿੱਚ ਟ੍ਰੇਨਿੰਗ ਪਾਰਟ ਜਿਹੜਾ ਹੈਗਾ ਕਿ ਪੇੜ ਕਿੱਦਾਂ ਲਗਾਉਣੇ ਹੈ, ਉਹਨਾਂ ਦੀ ਮੇਨਟੇਨੈਂਸ ਕਿੱਦਾਂ ਅਸ਼ੋਰ ਕੀਤੀ ਜਾਵੇ, ਉਹ ਪਾਰਟ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਵਾ ਸਕਦੇ ਹਾਂ। ਔਰ ਉਹਦੇ ਨਾਲ ਨਾਲ ਜਿਹੜੀ ਮੋਨੀਟਰਿੰਗ ਹੈ, ਕਿਉਂਕਿ ਪੇੜ ਅਸੀਂ 1 ਲੱਖ ਪੇੜ ਕੋਈ ਛੋਟਾ ਨੰਬਰ ਨਹੀਂ ਹੈ, ਬਹੁਤ ਵੱਡਾ ਨੰਬਰ ਹੈ।
ਇੰਨੀ ਜਲਦੀ ਵੀ ਨਹੀਂ ਲੱਗ ਸਕਦਾ, ਇਹਦੇ ਲਈ ਸਾਨੂੰ 2 3 4 ਸਾਲ ਵੀ ਲੱਗ ਸਕਦੇ ਹੈ ਨਾ। ਤੇ ਉਸ ਪੂਰੇ ਚੀਜ਼ ਨੂੰ ਅਸੀਂ ਟੈਕਨੋਲੋਜੀ ਦੇ ਥਰੂ ਉਹਨੂੰ ਮੋਨੀਟਰ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਜਿੰਨੇ ਵੀ ਪੇੜ ਲੱਗਣ ਉਹ ਜੀਓ ਟੈਗਿੰਗ ਹੋਵੇ, ਜਿੱਥੇ ਕਿੰਨੇ ਪੇੜ ਲੱਗੇ ਉਹ ਕਿੰਨੇ ਉਹਦੇ ਵਿੱਚ ਸਰਵਾਈਵਲ ਹੋਇਆ, ਉਹ ਸਾਰਾ ਰਿਸਰਚ ਅਸੀਂ ਉਹਦੇ ਵਿੱਚ ਡੇਟਾ ਉਹਦੇ ਵਿੱਚ ਕੱਢਾਂਗੇ ਉਹਦੇ। ਸੋ ਸਾਡੇ ਨਾਲ ਮੈਮ ਵੀ ਖੜੇ ਆ ਇਸ NGO ਤੋਂ। ਮੈਮ ਮੈਂ ਇੱਕ ਤੁਹਾਨੂੰ ਸਵਾਲ ਪੁੱਛਾਂਗਾ ਕਿ ਦੇਖਿਆ ਜੇ ਕਿ ਪੇੜ ਨੇਚਰ ਬਹੁਤ ਜ਼ਿਆਦਾ ਜ਼ਰੂਰੀ ਹੈ ਇਨਸਾਨ ਨੂੰ, ਸ਼ੁੱਧ ਹਵਾ ਲਈ, ਆਕਸੀਜਨ ਲੈਵਲ ਲਈ, ਠੀਕ ਹੈ। ਤੁਹਾਨੂੰ ਕੀ ਲੱਗਦਾ ਕਿ ਇਹ ਕਿੰਨਾ ਕੁ ਵੱਡਾ ਇਸ਼ੂ ਹੈ, ਔਰ ਅਗਰ ਪੇੜ ਲੱਗ ਵੀ ਰਹੇ ਆ ਉਹਨੂੰ ਹਾਰਮਫੁਲ ਕਰਨ ਲਈ ਕਿਹੜੀਆਂ ਚੀਜ਼ਾਂ ਅੱਗੇ ਫਰੰਟ ਤੇ ਆ ਰਹੀਆਂ? ਮੰਨ ਲਓ ਜੇ ਮੈਂ ਗੱਲ ਕਰਾਂ ਨਸ਼ੇ ਦੀ ਗੱਲ ਕਰਾਂ, ਪਬਲਿਕ ਪਲੇਸ 'ਤੇ ਸਮੋਕਿੰਗ ਹੁੰਦੀ ਹੈ, ਆਪਾਂ ਪੇੜ ਲਾ ਰਹੇ ਹਾਂ, 에ਅਰ ਪੋਲਿਊਸ਼ਨ ਹੋ ਰਿਹਾ, ਮਤਲਬ ਹਵਾ ਸ਼ੁੱਧ ਨਹੀਂ ਹੋ ਰਹੀ। ਸੋ ਉਹਦੇ ਲਈ ਆਪਾਂ ਹੋਰ ਕੀ ਐਫਰਟਸ ਕਰ ਸਕਦੇ ਹਾਂ? ਐਫਰਟਸ ਸਭ ਤੋਂ ਪਹਿਲਾਂ ਤਾਂ ਜਿਹੜੇ ਫਰੈਸ਼ ਫਲਾਵਰਸ ਦੇ ਬੁਕੇਜ ਵਗੈਰਾ ਜਾਂਦੇ ਨੇ ਜਾਂ ਸਾਡੇ ਪੇੜ ਵਗੈਰਾ ਹੁੰਦੇ ਨੇ, ਉਹਨਾਂ ਨੂੰ ਕੱਟਿਆ ਜਾਂਦਾ ਹੈਗਾ, ਉਹਨਾਂ ਨੂੰ ਜਲਾਇਆ ਜਾਂਦਾ, ਕਈ ਵਾਰੀ ਵੇਚਣ ਦੇ ਲਈ ਉਹਨਾਂ ਨੂੰ ਕੱਟ ਦਿੱਤਾ ਜਾਂਦਾ। ਔਰ ਸਟੂਡੈਂਟਸ ਜਿਹੜੇ ਸਾਡੇ ਫਰੈਸ਼ ਫਲਾਵਰਸ ਨੂੰ ਇੱਕ ਗਿਫਟ ਦੇ ਤੌਰ 'ਤੇ ਦਿੱਤਾ ਜਾਂਦਾ ਹੈ ਕਿ ਉਹਦੇ ਉੱਤੇ ਬੈਨ ਹੋਣਾ ਚਾਹੀਦਾ। ਔਰ ਸਟੂਡੈਂਟਸ ਨੂੰ ਮਤਲਬ ਕਿ ਇਸ ਚੀਜ਼ ਨੂੰ ਸਟੂਡੈਂਟਸ ਨੂੰ ਮੋਟੀਵੇਟ ਕੀਤਾ ਜਾਣਾ ਚਾਹੀਦਾ ਕਿ ਇਹ ਸਾਡੀ ਇੱਕ ਪ੍ਰੋਪਰਟੀ ਹੈ, ਦੇਸ਼ ਦੀ ਧਰੋਹਰ ਫਲਾਵਰਸ ਵਗੈਰਾ। ਤਾਂ ਇਹਨਾਂ ਨੂੰ ਅਸੀਂ ਅਗਰ ਜੇ ਗਾਰਡਨ ਪਾਰਕਾਂ ਵਿੱਚ ਰੱਖਿਆ ਜਾਏ ਤਾਂ ਸਾਡੀ ਹਵਾ ਜਿਹੜੀ ਹੈ ਫਰੈਸ਼ ਹੋ ਸਕਦੀ ਹੈ। ਥੈਂਕ ਯੂ। आई कांट स्पीक इन पंजाबी, मैं पंजाबी नहीं। यू कैन स्पीक इन हिंदी, नो प्रॉब्लम। मैं ये बोलना चाहती हूँ कि सबसे पहले लोगों को बहुत अवेयर खुद को होना बहुत ज़रूरी है, क्योंकि जब तक लोग अवेयर नहीं हो जाएंगे ना तब तक ये समझ लीजिए हम तो चला रहे हैं इस चीज़ को, ये इनकम्प्लीट है। क्योंकि लोगों को अपने को डेकोर करना, अब देखिए हम कभी कभी क्या देखते हैं, रास्ते पे कोई पानी पी रहा है तो बॉटल ऐसे फेंकता है, बहुत बार मैंने भी देखा और टोका भी है। मैं कार से उतर के उसको टोक लगाई मैंने कि आप डस्टबिन में डाल दो। सबसे पहले प्लास्टिक बंद होना चाहिए। और जितना पोल्यूशन है वो कैसे कम होगा, क्योंकि ये पेड़ काट काट के जलाते हैं, उससे पोल्यूशन इतना हो जाता है कि इट्स अ वेरी हार्म टू अस, पूरी पब्लिक के लिए बहुत हार्म है। तो इसलिए हम ये एक प्रोजेक्ट ले रहे हैं कि सभी जगहों पे हम पौधे लगाएंगे ताकि सबको फ्रेश ऑक्सीजन जो है वो मिल जाए। और जितनी भी बीमारियां हैं उनका जड़ ही यही है कि हम केयर नहीं करते हैं। हम लोगों को खुद सुधरना है, वो खुद अपनी रिस्पॉन्सिबिलिटी ले सकते हैं। अगर वो साथ देंगे तो फिर तो कोई प्रॉब्लम ही नहीं हो सकती है। मैम एक टाइम था जब 20 साल पहले मैं बात करूं कि सुबह जब आदमी उठता था तो वो एक पंछी जिसकी आवाज़ हमें सुनने को, वो पंछी अब बहुत कम हो चुके हैं। इसका कारण ही है, दिस इज़ द मेन रीज़न, है ना? इसका कारण ये है कि पौधे, ये जो जितने भी बड़े बड़े पेड़ थे पहले बहुत मज़ा आता था जब वॉक पे जाते थे, चिपचिपी वो आवाज़ बर्ड्स की वो सुनने को मिलती थी। अब आजकल वॉक पे जाते तो मैक्सिमम पोल्यूशन ही मिलेगा आपको। हम रोड पे भी चलेंगे तो पोल्यूशन है। क्यों? उसका रीज़न यही है कि पेड़ कटिंग बहुत हो गई है, तो उसको हमको बचाना है। और वो हम बचा तब सकते हैं जब सब लोगों का हमको साथ मिल जाए। तो लोगों का साथ देना बहुत ज़रूरी है। हम तो कर रहे हैं अपनी सेवा, पर लोगों का साथ होना और अवेयर होना बहुत ज़रूरी है। वो साथ देंगे तो वो फिर तो कोई। सर आप एक बात करे थे वो पॉलीथीन्स की, उसके बारे में क्या कहोगे आप? क्या स्टार्ट किया आपने पॉलीथीन्स का? सर पॉलीथीन के लिए हमारा प्लान है कि हम जो रूट लेवल पे प्रॉब्लम है उसको फाइंड आउट करें और उसके बाद उस पर हम लोग एक अभियान चलाएं जो जिसका इम्पैक्ट एक्चुअल में हो। मतलब ऐसा नहीं है कि सिर्फ हमने वो कर दिया कि ठीक है हमने लोगों को बताया। लोगों को सबको पता है, आज की डेट में हर बंदा जानता है कि प्लास्टिक का नुकसान है, बच्चा भी जानता है, बड़े भी जानते हैं, सबको पता है। लेकिन वो यूज़ क्यों कर रहे हैं, हमें इस चीज़ का इस सवाल का जवाब चाहिए कि वो इतना सब जानने के बाद भी क्यों यूज़ कर रहे हैं। तो उस चीज़ पे हम लोग काम कर रहे हैं, उस चीज़ के हमें रीज़न फाइंड आउट करने हैं और जब वो चीज़ हम कर लेंगे तब हम आपको अपडेट करेंगे कि क्या इस पे हमने एक्शन प्लान तैयार किया है। तो जो आप पौधे या ये प्लांट्स आप बांट रहे हो, डिस्ट्रीब्यूट कर रहे हो, कोई भी आउटलेटर आके ले सकता है आपसे? हाँ, कोई भी इसको ले सकता है। जितने भी प्लांट्स वो रखे हुए हैं इनमें से कोई भी ले सकता है और हम उनको गाइड करेंगे कि ये कैसे लगाने हैं, उसकी डिगिंग कैसे करनी है, कितने डीप करनी है, उसके बीच में मिट्टी वहाँ से निकाल के दूसरी नई मिट्टी डालनी है, उसके बीच में जो भी साथ में मैन्यूर डालना है, गाय का जो गूंतर है या और जो अपने खाद वगैरह जो डालनी है वो भी कैसे डालनी है, वो भी उनको हम समझाते हैं इस चीज़ से। तो सर एक नंबर आप बता दो, चैनल पे कोई बंदा आपकी एनजीओ के साथ जुड़ना चाहता हो तो वो आपको कांटेक्ट कर सकता है। जी, हमारी वेबसाइट है www.greenplanetsociety.co.in। वहाँ पे आपको हमारी पूरे प्रोजेक्ट्स की डिटेल मिलेगी, आपको सारी चीज़ें मिलेंगी। हमारा नंबर है 8699127311। ये व्हाट्सअप पे है, तो आप अगर हमें व्हाट्सअप करेंगे तो हम आपको ग्रुप का लिंक सेंड कर देंगे। जो लोग भी ज़ीरकपुर में प्लांटेशन करना चाहते हैं
हम उन लोगों को अपने ग्रुप में ऐड कर लेते हैं और धीरे धीरे हम सब साथ मिलके इस ज़ीरकपुर को हरा बनाएंगे। बेसिकली मैं आपको एक बात बताता हूँ, ग्रीन प्लैनेट सोसाइटी जब शुरू हुई थी तो हमने एक सपना देखा था, एक विज़न हमने लिया था। वो विज़न ये था कि 2030 तक हमें ज़ीरकपुर के सैटेलाइट व्यू को बदलना है। जब हम सैटेलाइट से अभी ज़ीरकपुर को देख रहे हैं, और सैटेलाइट में हिस्ट्री भी आती है, आप देखेंगे तो जो हिस्ट्री आप देखते थे आज से 10 साल पहले की हिस्ट्री थी, उसमें बहुत ग्रीन दिखाई देता था। ये पूरा जो आपका हाईवे है पूरा ग्रीन होता था, तो वो अब वाइट मतलब ब्राउन सा दिखाई देने लग गया। तो हमें उसको वापस ग्रीन पे लेके आना है और इसका काम शुरू हो भी चुका है। फर्स्ट इम्पैक्ट जो हमने जो हमारा जंगल आपको दिखाया, वो वेबसाइट पे भी उसकी डिटेल आपको मिलेगी, यूट्यूब पे मिलेगी। तो वो जंगल को हमने सैटेलाइट से कंपेयर किया है कि जब आज से 3 साल पहले जब वो वहाँ कुछ भी नहीं था तब, फिर जब 2021 में हमने पेड़ लगाने स्टार्ट किए तब, और आज उसका सैटेलाइट व्यू बिल्कुल ड्रास्टिकली चेंज हो गया। आपको दिखाई देगा, विजिबली दिखाई देगा कि वहाँ पे ग्रीन बेल्ट आपको दिखाई दे रही है। तो इस तरह से हम धीरे धीरे करते करते स्टेप बाय स्टेप और इस पूरे प्रोसेस को करने वाले हैं। जी जी, तो ये हमारे साथ ग्रीन प्लैनेट के फाउंडर हैं। कुछ हाँ जी श्योर। हिमांक ने सबसे पहले जो पोस्ट उस पर फेसबुक पे जो पोस्ट आई थी जिसमें लिखा था कि हमें पेड़ लगाने हैं, जहाँ से मतलब बीज जो था ना, सीड, वो सीड इन्होंने डाला था। उसके बाद फिर सारी चीज़ें हुई हैं। सर क्या कहना चाहोगे, कुछ अपने विचार बताओ। सर देखो, जैसे हम सब लोग अवेयर हो गए हैं पिछले 4-5 सालों में, आपने देखा होगा कि हर एक आदमी ने इंपॉर्टेंस समझनी शुरू की है प्लांटेशन की ना। बहुत अच्छी चीज़ है, सबने किया। लेकिन यूजुअली क्या होता है, जून में सब लोग एकदम से एक्टिवेट हो जाते हैं। सबने एक पौधा लगाया, फ़ोटो खिंचवाई से फेसबुक पे और छोड़ दिया। अगले साल देखेंगे वो पौधा सूख चुका है। तो मैं यही कहूँगा कि नंबर्स पे ना जाएं, चाहे 5 पौधे ही लगाएं, लेकिन उसको बड़ा करें, पालें और उसको प्रॉपर उसको एक बड़ा पेड़ बनने दें। उसी चीज़ का फ़ायदा है। काउंटिंग अगले साल करें, फिर लगाते वक्त काउंटिंग ना हो, कितने सर्वाइवल हैं उनकी काउंटिंग होनी ज़रूरी है। तो फोकस, जो कि सुमित जी ने भी बताया, हमारी ऑर्गेनाइजेशन का मेन फोकस ही सर्वाइवल पे है। नंबर से फोकस हमारा इतना नहीं है। ਸੋ ਇਹ ਸਨ ਸਾਡੇ ਨਾਲ ਗ੍ਰੀਨ ਪਲੈਨਟ ਦੇ NGO ਦੇ ਮੈਂਬਰਸ। ਬਹੁਤ ਅੱਛੇ ਵਿਚਾਰ ਲੱਗੇ ਇਹਨਾਂ ਦੇ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।